ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਟਸ ਸਪੀਕਿੰਗ ਦੀ। ਤਾਂ ਸਪੀਕਿੰਗ ਦੇ ਵਿੱਚ ਮੈਂ ਤੁਹਾਡੇ ਨਾਲ ਟਿਪਸ ਐਂਡ ਟ੍ਰਿਕਸ ਸ਼ੇਅਰ ਕਰੂੰਗੀ ਕਿਸ ਤਰੀਕੇ ਨਾਲ ਤੁਸੀਂ ਵਧੀਆ ਜਿਹੜੇ ਬੈਂਡ ਸਕੋਰ ਗੈਟ ਕਰ ਸਕਦੇ ਹੋ। ਠੀਕ ਹੈ, ਤਾਂ ਫਸਟ ਆਫ ਆਲ ਗੱਲ ਕਰੀਏ ਅਗਰ ਸਪੀਕਿੰਗ ਮੋਡਿਊਲ ਦੀ, ਤਾਂ ਇਹ ਆਪਣੇ ਕੋਲ 3 ਪਾਰਟਸ ਦੇ ਵਿੱਚ ਡਿਵਾਈਡ ਹੁੰਦੀ ਹੈ। ਠੀਕ ਹੈ, ਪਾਰਟ 1, ਪਾਰਟ 2 ਐਂਡ ਪਾਰਟ 3। ਅਗਰ ਪਾਰਟ 1 ਦੀ ਗੱਲ ਕਰੀਏ ਤਾਂ ਪਾਰਟ 1 ਦੇ ਵਿੱਚ ਆਪਣੇ ਕੋਲ ਕੁਐਸਚਨ ਹੁੰਦੇ ਆ। ਪਹਿਲਾਂ ਤਾਂ ਆਪਣੇ ਨੇਮ ਔਰ ਬਿਲੋਂਗਿੰਗ ਬਾਰੇ ਪੁੱਛਿਆ ਜਾਂਦਾ, ਦੈਨ ਆਪਣੇ ਕੋਲ ਕੋਈ ਟੌਪਿਕ ਹੁੰਦਾ ਲਾਈਕ, ਠੀਕ ਹੈ, ਕੋਈ ਵੀ ਟੌਪਿਕ, ਡਿਫਰੈਂਟ ਟੌਪਿਕ ਹੁੰਦੇ ਲਾਈਕ ਸਪੋਰਟਸ, ਚੋਕਲੇਟ, ਠੀਕ ਹੈ, ਫੈਸ਼ਨ, ਕਲੋਥਸ, ਇੱਦਾਂ ਦੇ ਜਿਹੜੇ ਆਪਣੇ ਕੋਲ ਟੌਪਿਕ ਹੁੰਦੇ ਆ ਜਿਹਦੇ ਵਿੱਚ ਕੀ ਹੈ ਤੁਹਾਨੂੰ ਇੰਟਰੋ ਕੁਐਸਚਨ ਪੁੱਛਣਗੇ ਲਾਈਕਸ ਐਂਡ ਡਿਸਲਾਈਕਸ ਬਾਰੇ। ਠੀਕ ਹੈ, ਉਸ ਤੋਂ ਅੱਗੇ ਆਪਣੇ ਕੋਲ ਪਾਰਟ 2 ਆ ਜਾਂਦਾ ਹੈ। ਠੀਕ ਹੈ, ਜਿਹਦੇ ਵਿੱਚ ਆਪਾਂ ਨੂੰ 1 ਮਿੰਟ ਮਿਲਦਾ ਹੈ, ਸਟੇਟਮੈਂਟ ਦੇ ਦਿੱਤੀ ਜਾਂਦੀ ਹੈ, 1 ਮਿੰਟ ਮਿਲਦਾ ਹੈ। ਠੀਕ ਹੈ, ਆਪਾਂ ਆਈਡੀਆਜ਼ ਪ੍ਰਪੇਅਰ ਕਰਨੇ ਹੁੰਦੇ ਆ। ਠੀਕ ਹੈ, ਉਸ ਤੋਂ ਬਾਅਦ ਆਪਾਂ ਕੰਟੀਨਿਊਸ 2 ਮਿੰਟ ਬੋਲਣਾ ਹੁੰਦਾ ਹੈ। ਠੀਕ ਹੈ, ਟੌਪਿਕ ਬਾਰੇ ਉਸਦੇ, ਔਰ ਉਹਦੇ ਵਿੱਚ ਕੀ ਹੈ ਫੁੱਲ ਆਪਾਂ ਬੁਲਟ ਪੁਆਇੰਟਸ ਜਿਹੜੇ ਹੁੰਦੇ ਆ ਆਪਣੇ ਕੋਲ ਉਹ ਕਵਰ ਕਰਨੇ ਜ਼ਰੂਰੀ ਹੁੰਦੇ ਆ, ਤਾਂ ਹੀ ਆਪਣਾ ਜਿਹੜਾ ਟਾਸਕ ਰਿਸਪੌਂਸ ਆਉਂਦਾ ਹੈ। ਠੀਕ ਹੈ, ਉਸ ਤੋਂ ਗੱਲ ਕਰੀਏ ਆਪਾਂ ਥਰਡ ਪਾਰਟ ਦੀ। ਥਰਡ ਪਾਰਟ ਦੇ ਵਿੱਚ ਕੀ ਆਪਣੇ ਕੋਲ ਫੋਲੋਅਪਸ ਹੁੰਦੇ ਆ। ਠੀਕ ਹੈ, ਫੋਲੋਅਪਸ ਦੇ ਵਿੱਚ ਕੀ ਹੈ ਜੋ ਤੁਸੀਂ ਟਾਸਕ 2 ਦੇ ਵਿੱਚ ਗੱਲ ਕੀਤੀ ਹੈਗੀ ਆ, ਪਾਰਟ 2 ਦੇ ਵਿੱਚ ਗੱਲ ਕੀਤੀ ਹੈ। ਠੀਕ ਹੈ, ਕਿਉਂ ਟੌਪਿਕ ਬਾਰੇ ਉਹਦੇ ਰਿਲੇਟ ਕਰਦੇ ਹੀ, ਜਾਣੀ ਕਿ ਅਗਰ ਉਹ ਤੁਹਾਡੇ ਕੋਲ ਜਿਹੜਾ ਟੌਪਿਕ ਹੈਗਾ ਗਾ ਸਮਾਰਟ ਪਰਸਨ 'ਤੇ ਆ ਜਾਂ ਟੈਕਨੋਲੋਜੀ 'ਤੇ ਆ, ਤਾਂ ਤੁਹਾਡੇ ਫੋਲੋਅਪਸ ਵੀ ਟੈਕਨੋਲੋਜੀ ਔਰ ਸਮਾਰਟ ਪਰਸਨ ਦੇ ਹੀ ਹੋਣਗੇ। ਠੀਕ ਹੈ, ਇਸ ਤਰੀਕੇ ਨਾਲ ਜਿਹੜੇ ਆਪਣੇ ਕੋਲ ਫੋਲੋਅਪਸ ਹੁੰਦੇ ਆ। ਤਾਂ ਫਸਟ ਆਫ ਆਲ ਕੀ ਆ, ਮੈਂ ਕਲੀਅਰ ਕਰ ਦੇਵਾਂ ਕਿ ਪਾਰਟ 1 ਐਂਡ ਪਾਰਟ 2 ਦੀ ਵੀਡੀਓ ਆਲਰੇਡੀ ਮੈਂ ਅਪਲੋਡ ਕੀਤੀ ਆ। ਪਾਰਟ 1, ਠੀਕ ਹੈ, ਇਹ ਵੀਡੀਓ ਦਾ ਪਾਰਟ 2 ਹੈ। ਠੀਕ ਹੈ, ਤਾਂ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੀ। ਠੀਕ ਹੈ, ਫਸਟ ਆਫ ਆਲ ਪਹਿਲਾਂ ਉਹ ਤੁਸੀਂ ਦੇਖੋ ਚੰਗੀ ਤਰ੍ਹਾਂ, ਕਲੀਅਰ ਪਾਰਟ 1 ਕਲੀਅਰ ਕਰੋ ਐਂਡ ਪਾਰਟ 2 ਕਲੀਅਰ ਕਰੋ। ਠੀਕ ਹੈ, ਕਿਉਂਕਿ ਉਹਦੇ ਜਿਹੜੇ ਟੌਪਿਕ ਹੈ ਉਸ ਨਾਲ ਰਿਲੇਟ ਕਰਦੇ ਹੀ ਅੱਜ ਫੋਲੋਅਪਸ ਕਰਵਾਉਣੇ ਨੇ ਮੈਂ। ਠੀਕ ਹੈ, ਤਾਂ ਉਹ ਤੁਹਾਨੂੰ ਈਜ਼ੀ ਹੋ ਜਾਏਗਾ ਫਿਰ ਅੰਡਰਸਟੈਂਡ ਕਰਨਾ। ਤਾਂ ਪਹਿਲਾਂ ਪਾਰਟ 1 ਜਿਹੜਾ ਹੈਗਾ ਉਹ ਵਾਚ ਕਰ ਲਓ, ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੀ। ਠੀਕ ਹੈ, ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ ਫੋਲੋਅਪਸ ਦੀ। ਤਾਂ ਬੇਸਿਕਲੀ ਫੋਲੋਅਪਸ ਦੇ ਲਈ ਟਿਪਸ ਕੀ ਆ। ਠੀਕ ਹੈ, ਕਾਫੀ ਸਟੂਡੈਂਟਸ ਦੀ ਜਿਹੜੀ ਆਉਂਦੀ ਹੈਗੀ ਆ ਕਿ ਲੈਂਥ ਨਹੀਂ ਕਵਰ ਹੁੰਦੀ, ਲਾਈਕ ਫੋਲੋਅਪਸ ਦੇ ਵਿੱਚ ਆਪਾਂ ਜ਼ਿਆਦਾ ਬੋਲਣਾ ਹੁੰਦਾ। ਠੀਕ ਹੈ, ਐਜ਼ ਕੰਪੇਅਰ ਟੂ ਇੰਟਰੋ ਪਾਰਟ, ਤਾਂ ਕਿੱਦਾਂ ਲੈਂਥ ਕਵਰ ਕਰੀਏ। ਠੀਕ ਹੈ, ਪਹਿਲਾਂ ਤਾਂ ਅਗਰ ਜੋ ਤੁਹਾਨੂੰ ਕੁਐਸਚਨ ਹੁੰਦਾ ਹੈ, ਠੀਕ ਹੈ, ਕੁਐਸਚਨ ਨੂੰ ਤੁਸੀਂ ਬੇਸਿਕਲੀ 1-2 ਲਾਈਨ ਦੇ ਵਿੱਚ ਜੋ ਆਨਸਰ ਕਰਨਾ ਹੈ ਕਰ ਦਿਓ। ਉਸ ਤੋਂ ਬਾਅਦ ਤੁਸੀਂ ਇਹਦੀ ਕੋਈ ਪਰਸਨਲ ਐਗਜ਼ਾਮਪਲ ਐਡ ਕਰ ਦਿਓ। ਠੀਕ ਹੈ, ਆਪਣੇ ਨਾਲ ਰਿਲੇਟ ਕਰਦੀ ਕੋਈ ਐਗਜ਼ਾਮਪਲ ਐਡ ਕਰ ਦਿਓ, ਕੋਈ ਨੇਬਰ, ਕੋਈ ਤੁਸੀਂ ਆਪਣੀ ਫਰੈਂਡ ਦੀ ਐਗਜ਼ਾਮਪਲ ਦੇ ਦਿਓ, ਕੋਈ ਤੁਸੀਂ, ਠੀਕ ਹੈ, ਕੋਈ ਉਂਝ ਸਰਵੇ ਵਗੈਰਾ ਪਾ ਦਿਓ ਕਿ ਸਰਵੇ ਕੰਡਕਟ ਹੋਇਆ, ਕੋਈ ਸਟੱਡੀ ਪਾ ਦਿਓ, ਰਿਸਰਚ ਪਾ ਦਿਓ। ਇਸ ਨਾਲ ਤੁਹਾਡੀ ਲੈਂਥ ਕਵਰ ਹੋ ਜਾਂਦੀ ਹੈ। ਠੀਕ ਹੈ, ਔਰ ਟਰਾਈ ਕਰੋ ਆਪਣੀ ਤੁਸੀਂ ਕੰਪਲੈਕਸ ਸੈਂਟੈਂਸ ਯੂਜ਼ ਕਰੋ ਸਪੀਕਿੰਗ ਦੇ ਵਿੱਚ, ਪੈਸਿਵ ਕਰੋ, ਕੰਡੀਸ਼ਨਲ ਕਰੋ। ਜਿੰਨੀ ਵੇਰੀਏਸ਼ਨ ਯੂਜ਼ ਕਰੋਗੇ, ਜਿੰਨੀ ਵਧੀਆ ਵਕੈਬ ਯੂਜ਼ ਕਰੋਗੇ, ਉਨਾ ਹੀ ਤੁਹਾਨੂੰ ਬੈਨੀਫਿਟ ਹੋਏਗਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਮੈਂ ਇਹੀ ਹਮੇਸ਼ਾ ਕਹਿੰਦੀ ਹੈਗੀ ਹਾਂ, ਪਹਿਲਾਂ ਵੇਰੀਏਸ਼ਨ ਸਿੱਖ ਲਓ। ਵੇਰੀਏਸ਼ਨ ਦੇ ਨਾਲ ਤੁਹਾਡੇ 2 ਮੋਡਿਊਲਸ ਕਵਰ ਹੋਣਗੇ। ਠੀਕ ਹੈ, ਅਗਰ ਤੁਸੀਂ ਵੇਰੀਏਸ਼ਨ ਸਿੱਖਦੇ ਹੋ, ਵੇਰੀਏਸ਼ਨ 'ਤੇ ਜਸਟ ਮੈਂ ਇਹ ਕਹਿੰਦੀ ਹਾਂ ਕਿ ਅਗਰ ਤੁਸੀਂ ਮਤਲਬ ਹਾਫ ਐਨ ਆਰ ਵੀ ਲਗਾਉਂਦੇ ਆ ਨਾ ਡੇਲੀ, ਤਾਂ ਤੁਹਾਨੂੰ 1 ਵੀਕ ਦੇ ਵਿੱਚ ਤੁਹਾਡੀਆਂ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਵੇਰੀਏਸ਼ਨ ਹੈ ਉਹ ਕਵਰ ਹੋ ਜਾਣਗੀਆਂ, ਔਰ ਜਿੰਨਾ ਤੁਹਾਡੀ ਰਾਈਟਿੰਗ ਵੀ ਇੰਪਰੂਵ ਹੋ ਜੂਗੀ ਔਰ ਸਪੀਕਿੰਗ ਵੀ ਇੰਪਰੂਵ ਹੋ ਜਾਏਗੀ। ਠੀਕ ਹੈ, ਤਾਂ ਤੁਸੀਂ ਜਿਹੜਾ ਮੇਕ ਸ਼ੋਰ ਪਹਿਲਾਂ ਜਿਹੜੇ ਆਪਣੀ ਵੇਰੀਏਸ਼ਨ ਸਿੱਖੋ। ਠੀਕ ਹੈ, ਅਗਰ ਜੇ ਤੁਸੀਂ ਰਾਈਟਿੰਗ ਦੇ ਆਇਲਟਸ ਦੇ ਵਿੱਚੋਂ ਗੁੱਡ ਸਕੋਰ ਲੈਣਾ ਚਾਹੁੰਦੇ ਹੋ। ਠੀਕ ਹੈ, ਤਾਂ ਫੋਲੋਅਪਸ ਦਾ ਮੀਨਿੰਗ ਕੀ ਹੁੰਦਾ? ਫੋਲੋਅਪਸ ਦਾ ਮੀਨਿੰਗ ਹੁੰਦਾ ਹੈਗਾ ਕਿ ਅਗਰ ਜਿਹੜਾ ਟੌਪਿਕ ਬੋਲਿਆ ਹੈ ਤੁਸੀਂ ਉਹਨੂੰ ਫੋਲੋ ਕਰਨਾ। ਠੀਕ ਹੈ, ਉਸ ਦੇ ਬੇਸ 'ਤੇ ਹੀ ਤੁਹਾਡੇ ਤੋਂ ਕੁਐਸਚਨ ਪੁੱਛੇ ਜਾਣਗੇ ਔਰ ਤੁਸੀਂ ਉਹਨਾਂ ਨੂੰ ਆਨਸਰ ਕਰਨਾ ਹੈ। ਤਾਂ ਮੈਂ ਸ਼ੋਅ ਕਰਦੀ ਹਾਂ ਤੁਹਾਨੂੰ ਕੋਈ ਸੈਂਪਲ। ਤਾਂ ਦੇਖੋ ਆਪਣੇ ਕੋਲ ਅਗਰ ਤੁਹਾਨੂੰ ਕੁਐਸਚਨ ਹੈ ਕਿ ਡੂ ਮੋਸਟ ਐਲਡਰਲੀ ਪੀਪਲ ਲਿਵ ਇਨ ਦ ਸਿਟੀਜ਼ ਔਰ ਇਨ ਦ ਕੰਟਰੀ ਸਾਈਡ, ਪਹਿਲਾਂ ਵੇ ਸਮਝੋ। ਠੀਕ ਹੈ, ਕਿਸ ਤਰੀਕੇ ਨਾਲ ਤੁਸੀਂ ਆਨਸਰ ਕਰਨਾ, ਜਸਟ ਸੈਂਪਲ ਆਨਸਰ ਪੜ੍ਹ ਕੇ ਨਹੀਂ ਅੱਗੇ ਮੂਵ ਹੋਣਾ। ਠੀਕ ਹੈ, ਪਹਿਲਾਂ ਵੇ ਸਮਝੋ ਕਿ ਕਿਸ ਤਰੀਕੇ ਨਾਲ ਤੁਸੀਂ ਆਨਸਰ ਕਰਨਾ ਹੈ ਕੁਐਸਚਨ ਨੂੰ। ਦੇਖੋ ਕੁਐਸਚਨ ਆ ਗਿਆ ਤੁਹਾਨੂੰ, ਡੂ ਮੋਸਟ ਐਲਡਰਲੀ ਪੀਪਲ ਲਿਵ ਇਨ ਦ ਸਿਟੀਜ਼ ਔਰ ਇਨ ਦ ਕੰਟਰੀ ਸਾਈਡ। ਪਹਿਲਾਂ ਤਾਂ ਸੋਚੋਗੇ ਜਿਹੜੇ ਓਲਡਰ ਲੋਕ ਨੇ ਆਪਣੀ ਜਿਹੜੀ ਕੰਟਰੀ ਬਾਰੇ ਸੋਚ ਲਓ। ਠੀਕ ਹੈ, ਕਿ ਉਹ ਕਿੱਥੇ ਰਹਿਣਾ ਪਸੰਦ ਕਰਦੇ ਆ, ਕੰਟਰੀ ਸਾਈਡ ਨੂੰ ਪ੍ਰੈਫਰ ਕਰਦੇ ਆ ਜਾਂ ਸਿਟੀਜ਼ ਨੂੰ ਪ੍ਰੈਫਰ ਕਰਦੇ ਆ। ਜਿਹੜਾ ਵੀ ਤੁਹਾਨੂੰ ਲੱਗਦਾ ਹੈਗਾ ਉਹਨੂੰ ਤੁਸੀਂ ਚੂਜ਼ ਕਰ ਲਓ ਕਿ ਇਸ ਚੀਜ਼ ਨੂੰ ਕਰਦੀ ਆ, ਫਿਰ ਉਹਦੇ ਪਿੱਛੇ ਦਾ ਰੀਜ਼ਨ ਚੂਜ਼ ਕਰ ਲਓ ਕਿ ਕਿਉਂ ਕਰਦੇ ਆ। ਠੀਕ ਹੈ, ਸਪੀਕਿੰਗ ਦੇ ਵਿੱਚ ਜੋ ਵੀ ਬੋਲੋ ਉਹਦੇ ਪਿੱਛੇ ਤੁਹਾਨੂੰ ਰੀਜ਼ਨ ਪਤਾ ਹੋਵੇ। ਜਿੱਦਾਂ ਇੰਟਰੋ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਜਿਹੜੇ ਕੁਐਸਚਨ ਦਾ ਤੁਸੀਂ ਆਨਸਰ ਦੇਣ ਲੱਗੇ ਤੁਹਾਨੂੰ ਕੁਛ ਲਾਈਕ ਹੈ, ਠੀਕ ਹੈ, ਤਾਂ ਵੀ ਤੁਹਾਨੂੰ ਕਿਉਂ ਤੁਸੀਂ ਉਸ ਚੀਜ਼ ਨੂੰ ਲਾਈਕ ਕਰਦੇ ਹੋ ਉਹਦਾ ਰੀਜ਼ਨ ਪਤਾ ਹੋਵੇ, ਡਿਸਲਾਈਕ ਕਰਦੇ ਹੋ ਤਾਂ ਵੀ। ਠੀਕ ਹੈ, ਅਗਰ ਇੱਥੇ ਤੁਸੀਂ ਚੂਜ਼ ਕਰਨਾ ਕਿ ਉਹ ਲੋਕ ਸਿਟੀਜ਼ ਦੇ ਵਿੱਚ ਪ੍ਰੈਫਰ ਕਰਦੇ ਆ ਤਾਂ ਵੀ ਦੱਸਣਾ ਪਊਗਾ ਕਿਉਂ, ਅਗਰ ਕੰਟਰੀ ਸਾਈਡ ਦੇ ਵਿੱਚ ਤਾਂ ਵੀ ਉਹਦੇ ਪਿੱਛੇ ਦਾ ਰੀਜ਼ਨ ਦੇਣਾ ਪਊਗਾ, ਸੋਲਿਡ ਰੀਜ਼ਨ। ਠੀਕ ਹੈ, ਇਹ ਹੋ ਗਈ ਆਪਣੀ। ਦੇਖੋ ਇੱਕ ਤੁਸੀਂ ਦੱਸੋਗੇ ਆਨਸਰ ਦੇ ਵਿੱਚ ਵੀ ਇਹ ਵਾਲੀ ਪ੍ਰੈਫਰ ਕਰਦੇ ਹੋ, ਉਸ ਤੋਂ ਬਾਅਦ ਰੀਜ਼ਨ ਦੱਸੋਗੇ, 2-3 ਲਾਈਨਸ ਦੇ ਵਿੱਚ ਤਾਂ ਐਟਲੀਸਟ ਆਨਸਰ ਹੋ ਹੀ ਗਿਆ। ਠੀਕ ਹੈ, ਉਸ ਤੋਂ ਬਾਅਦ ਅਗਰ ਤੁਹਾਡੀ ਲੈਂਥ ਨਹੀਂ ਕਵਰ ਹੋ ਰਹੀ, ਤੁਸੀਂ ਕੋਈ ਸਰਵੇ ਪਾ ਦਿਓ। ਠੀਕ ਹੈ, ਕੋਈ ਸਟੱਡੀ ਪਾ ਦਿਓ, ਕੋਈ ਤੁਸੀਂ ਆਪਣੀ ਪਰਸਨਲ ਐਗਜ਼ਾਮਪਲ ਪਾ ਦਿਓ, ਕੋਈ ਫਰੈਂਡ ਦੀ ਪਾ ਦਿਓ। ਠੀਕ ਹੈ, ਉਸ ਤਰੀਕੇ ਨਾਲ ਜਿਹੜੀ ਤੁਹਾਡੀ ਲੈਂਥ ਕਵਰ ਹੋ ਜਾਂਦੀ 5 to 6 ਲਾਈਨ ਜਿਹੜੀਆਂ ਫੋਲੋਅਪਸ ਦੀਆਂ ਬਣ ਜਾਂਦੀਆਂ। ਠੀਕ ਹੈ,
ਫੋਰ ਐਗਜ਼ਾਮਪਲ ਜਿੱਦਾਂ ਆਪਣੇ ਕੋਲੇ ਕੀ ਆ, ਅਕੋਰਡਿੰਗ ਟੂ ਮਾਈ ਪਰਸਪੈਕਟਿਵ, ਠੀਕ ਹੈ, ਇੱਦਾਂ ਤੁਸੀਂ ਕਨੈਕਟਰ ਵੀ ਲਗਾ ਸਕਦੇ ਆ। ਕਨੈਕਟਰ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੇ ਆ ਤੁਹਾਡੀ ਲੈਂਥ ਕਵਰ ਕਰਨ ਦੇ ਵਿੱਚ, ਠੀਕ ਹੈ। ਹਾਊ ਐਵਰ ਮੋਰ ਓਵਰ ਵਾਈਲ ਫਰਦਰ ਮੋਰ, ਠੀਕ ਹੈ, ਇੱਦਾਂ ਦੇ ਜਿਹੜੇ ਕਨੈਕਟਰ ਨੇ ਅਪਾਰਟ ਫਰੋਮ ਦਿਸ ਇਨ ਐਡੀਸ਼ਨ, ਠੀਕ ਹੈ, ਇੱਦਾਂ ਦੇ ਜਿਹੜੇ ਹੈਗੇ ਆ ਆਲ ਇਨ ਆਲ ਟੂ ਕੈਪੀਟਲ, ਠੀਕ ਹੈ, ਇੱਦਾਂ ਦੇ ਜਿਹੜੇ ਤੁਸੀਂ ਕਨੈਕਟਰ ਯੂਜ਼ ਕਰੋਗੇ ਇਹਦੇ ਨਾਲ ਕੀ ਆ ਤੁਹਾਡੀ ਕਵਰ ਹੋ ਜਾਏਗੀ। ਉਸ ਤੋਂ ਅੱਗੇ ਤੁਸੀਂ ਗੱਲ ਕਰਦੇ ਹੈਗੇ ਈਡੀਅਮਸ ਦੀ, ਠੀਕ ਹੈ, ਅਗਰ ਤੁਸੀਂ ਈਡੀਅਮਸ ਵੀ ਐਡ ਕਰਦੇ ਆ ਤਾਂ ਇਹਦੇ ਨਾਲ ਵੀ ਲੈਂਥ ਕਵਰ ਹੁੰਦੀ ਹੈ, ਠੀਕ ਹੈ। ਤਾਂ ਤੁਹਾਨੂੰ ਬੇਸਿਕਲੀ ਕੋਈ ਆਈਡੀਆ ਨਹੀਂ ਤੁਸੀਂ ਐਡ ਕਰਨਾ ਜ਼ਿਆਦਾ, ਠੀਕ ਹੈ, ਅਤੇ ਤੁਸੀਂ ਜਸਟ ਕੀ ਹੈਗਾ ਕਨੈਕਟਰਸ ਯੂਜ਼ ਕਰਕੇ ਐਂਡ ਆਪਣੇ ਈਡੀਅਮਸ ਯੂਜ਼ ਕਰਕੇ ਨਾਲੇ ਤਾਂ ਆਪਣੀ ਸਪੀਕਿੰਗ ਨੂੰ ਜ਼ਿਆਦਾ ਵਧੀਆ ਬੈਟਰ ਵੇ ਦੇ ਨਾਲ ਕਰ ਸਕਦੇ ਹੋ, ਹੈ ਨਾ, ਅਤੇ ਨਾਲੇ ਤੁਸੀਂ ਆਪਣੀ ਲੈਂਥ ਕਵਰ ਕਰ ਸਕਦੇ ਹੈਗੇ ਆ, ਠੀਕ ਹੈ। ਕੁਐਸਚਨ ਦੀ ਅਕੋਰਡਿੰਗ ਟੂ ਮਾਈ ਪਰਸਪੈਕਟਿਵ, ਮੇਰੇ ਪਰਸਪੈਕਟਿਵ ਦੇ ਅਕੋਰਡਿੰਗ ਤੁਸੀਂ ਇਹ ਵੀ ਕਹਿ ਸਕਦੇ ਟੂ ਬੀ ਓਨੈਸਟ, ਠੀਕ ਹੈ, ਆਈ ਥਿੰਕ, ਠੀਕ ਹੈ, ਓਨੈਸਟਲੀ ਸਪੀਕਿੰਗ, ਵੈਲ, ਠੀਕ ਹੈ, ਇਨ ਮਾਈ ਓਪੀਨੀਅਨ, ਇੱਦਾਂ ਦੇ ਜਿਹੜੇ ਕਨੈਕਟਰਸ ਤੁਸੀਂ ਯੂਜ਼ ਕਰਕੇ ਸਟਾਰਟ ਕਰ ਸਕਦੇ ਆ। ਇਟਸ ਡਿਪੈਂਡਸ ਔਨ ਨੈਸ਼ਨੈਲਿਟੀ, ਠੀਕ ਹੈ, ਕਿ ਮੈਨੂੰ ਲੱਗਦਾ ਹੈਗਾ ਕਿ ਨੈਸ਼ਨੈਲਿਟੀ 'ਤੇ ਡਿਪੈਂਡ ਕਰਦਾ, ਜਾਣੀ ਕਿ ਕੰਟਰੀ ਟੂ ਕੰਟਰੀ 'ਤੇ ਡਿਪੈਂਡ ਕਰਦਾ। ਹਰ ਇੱਕ ਕੰਟਰੀ 'ਤੇ ਇੱਕ ਡਿਫਰੈਂਟ ਮਾਹੌਲ ਹੈ, ਠੀਕ ਹੈ, ਕਿ ਲੋਕ ਕਿੱਥੇ ਰਹਿਣਾ ਪਸੰਦ ਕਰਦੇ ਆ, ਸਿਟੀਜ਼ 'ਚ ਜਾਂ ਕੰਟਰੀ ਸਾਈਡਸ, ਠੀਕ ਹੈ। ਬਟ ਆਈ ਕੈਨ ਸੇ ਦੈਟ, ਠੀਕ ਹੈ, आई कैन से दैट इन इंडिया, अगर मैं इंडिया की गल करा फिर मैं ये चीज़ कह सकदा कि मोस्ट ऑफ ओल्डर पीपल, जेह्ड़े मोस्ट ऑफ ओल्डर पीपल ने गिव प्रैफरेंस टू लिव इन कंट्री साइड एरियाज टू इंजॉय पीसफुल इन्वायरमेंट। देखो दस भी दिता कि किहड़ी साइड ते रहना चाहुंदे, क्यों रहना चाहुंदे, उहदे पिछे दा रीजन भी दस दिता आपां, ठीक है, कि लोग कित्थे रहना, जेह्ड़े ओल्डर पीपल हैगे ने ओह की हुण तुसीं वकैब थोड़ी थोड़ी चेंज कर देनी, जिद्दां एल्डरली आ गया, ठीक है, ओल्डर कह कर देना हैगा, तो तुसी मतलब विलेज कर सकते हैं कंट्री साइड में, ठीक है, इदां तुसी जेह्ड़े वर्ड्स छोटी छोटी वकैब नाल कर देना है। पीपल गिव प्रैफरेंस टू लिव इन कंट्री साइड एरियाज टू इंजॉय पीसफुल इन्वायरमेंट, ठीक है, शांति वाला इन्वायरमेंट इंजॉय करना चाहते, क्यों, बिकॉज नॉइस लैवल ऑफ सिटीज़ इज़ हाई एज़ कंपेयर टू विलेज, ठीक है, कि जो नॉइस लैवल सिटीज़ का होंदा वो हाई होंदा वा, जे अगर कंपैरिजन करिए आप विलेज का, तो देखो कंपलैक्स सेंटेंस भी यूज़ कर दिता, वकैब भी कवर हो गई, कनैक्टर भी यूज़ हो गए, ठीक है, तो इस तरीके नाल थोड़े फॉलोअप्स की लेंथ भी कवर होगी, ठीक है। तो इस तरीके नाल तुसी बैटर वे नाल आंसर करना, और अगर तुसी बोल के दे दिओ तो इस तरीके नाल कि 5 to 6 लाइन्स बन जाएंगी और तुसी ईजिली दस सकते हैं। अकॉर्डिंग टू माई परसपैक्टिव इट्स डिपेंड्स ऑन नैशनैलिटी, बट आई कैन से दैट इन इंडिया मोस्ट ऑफ ओल्डर पीपल गिव प्रैफरेंस टू लिव इन कंट्री साइड एरियाज टू इंजॉय पीसफुल इन्वायरमेंट, बिकॉज नॉइस लैवल ऑफ सिटीज़ इज़ हाई एज़ कंपेयर टू विलेज, ठीक है, कि विलेज के कंपैरिजन के की आ ज़्यादा है, ठीक है। ये हो गया अपना फर्स्ट। अगर आप हुण सैकेंड की गल करिए, मैं दसदी हाँ सर्वे वगैरह ऐड करके, ठीक है, आर सिटीज़ प्रोवाइड मोर चांस ऑफ जॉब एज़ कंपेयर टू विलेज, ठीक है, हुण पता है अपन कि जॉब्स जिहड़ियां ज़्यादा सिटीज़ दे विच मिलदियां अगर कंपैरिजन करिए विलेज, क्यों, हुण इहदे पिछे दा रीजन दस दो, ठीक है, तो रीजन की हैगा, जब तुसीं ये दस दो कि MNC कंपनीज ज़्यादा हैगियां सिटीज़ दे विच, ठीक है, इंडस्ट्रीज सिटीज़ दे विच काफ़ी रीजन हो सकते हैं, ठीक है, तो तुसीं होर भी कोई दस सकदे अगर कंपैरिजन करना होवे तुसीं विलेज दे नाल कि विलेज दे विच भी इंप्लॉयमेंट हैगी है बट थोड़ी है, वो फार्मिंग दे विच हैगी है, ठीक है, जिद्दां एग्रीकल्चर दे विच, तो वो चीज़ तुसीं दस सकदे हैगे ते, और तुसीं इत्थे कोई सर्वे वगैरह पा दो है ना, कि कोई सर्वे दे विच मैं ये चीज़ फाउंड की गई सी कि इन्ने % लोगों ने सिटीज़ दे विच जॉब पाई, ठीक है, विलेज एरियाज़ दे विच जानी कि घट है, जी चीज़ ये प्रूव करनी है, ठीक है। हुण अपने कोल कंपलैक्स सेंटेंस है ऑल दो एट वाला, ठीक है, ऑलो विलेज फार्मिंग प्लेज अ पार्ट एंड पार्शल रोल, ठीक है, पार्ट एंड पार्शल जो अपने कोल एक ईडीएम है इंपॉर्टेंट चीज़ के लिए लगता है, ठीक है, ऑल दो विलेज फार्मिंग प्लेज एंड प्लेज अ पार्ट एंड पार्शल रोल टू इंक्रीज इंप्लॉयमेंट इन दीज एरियाज, ठीक है, इन्हां एरियाज़ दे विच जिहड़ी इंप्लॉयमेंट रोज़गार नूं इंक्रीज़ करन लई जिहड़ी फार्मिंग हैगी खेतीबाड़ी है वो एक काफ़ी वड्डा रोल प्ले करती आ। येट आई कैन से दैट, पर फिर भी मैं ये चीज़ कह सकती हाँ दैट सिटीज़ प्रोवाइड मोर वर्क अपॉर्चुनिटीज़ दैन कंट्री साइड, तो दैन अपने को कंपलैक्स सेंटेंस है कंपैरिजन करने लगाने, ठीक है, कि प्रोवाइड मोर वर्क अपॉर्चुनिटीज़ दैन कंट्री साइड एरियाज, अगर कंट्री साइड के एरियाज के कंपैरिजन करिए तो वो की ज़्यादा अपॉर्चुनिटीज़ प्रोवाइड कराते हैं, ठीक है। तो हुण अगे लगाया है आप एक एग्जाम्पल, एज पर अ सर्वे कंडक्टेड इन इंडिया फाउंड दैट 70% यंगस्टर गॉट जॉब इन सिटीज़ इन 2014, कि अगर 2014 के सर्वे की गल करिए तो वो की 70% जो यंगस्टर सी उन्होंने जॉब कितों ली सी, सिटीज़ के विच लई सी, ठीक है, 2014 के विच। ये हो गया अपना फॉलोअप्स, ठीक है, तो इस तरीके नाल तुसीं अपना जिहड़ा की आ ऐड कर सकते हैगे आ सर्वे, स्टडी, कोई प्रडिक्शन, ठीक है।
ਉਸ ਤੋਂ ਅੱਗੇ ਆਪਣੇ ਕੋਲ ਕੁਐਸਚਨ ਹੈਗਾ ਵਾਈ ਡੂ ਪੀਪਲ ਗੋ ਟੂ ਮਾਡਰਨ ਸਿਟੀ ਟੂ ਲਿਵ। ਹੁਣ ਦੇਖੋ ਕਿ ਕਿਉਂ ਲੋਕ ਜਾ ਰਹੇ ਹੈਗੇ ਆ ਮਾਡਰਨ ਸਿਟੀ ਨੂੰ, ਤਾਂ ਮੇਨ ਰੀਜ਼ਨ ਕੀ ਆ, ਫੈਸਿਲਿਟੀਜ਼ ਆ। ਹੁਣ ਤੁਸੀਂ ਇੱਕ ਲਾਈਨ ਦੇ ਵਿੱਚ ਆਨਸਰ ਕਰੋਗੇ ਕਿ ਹੈ ਨਾ ਲੋਕ ਕੀ ਆ, ਇਨ ਆਰਡਰ ਟੂ ਗੈਟ people move to modern cities in order to get facilities, ਠੀਕ ਹੈ, such as education, health, ਠੀਕ ਹੈ, health facilities। ਹੁਣ ਦੇਖੋ ਇੱਕ ਦੋ ਲਾਈਨ ਦਾ ਹੈਗਾ ਫੋਲੋਅਪਸ ਤਾਂ ਆਪਣਾ ਇੰਨਾ ਸ਼ਾਰਟ ਲੈਂਥ ਦੇ ਵਿੱਚ ਚੱਲਦਾ ਨਹੀਂ ਹੈਗਾ, ਤਾਂ ਹੁਣ ਇਹਨੂੰ ਹਾਊ ਟੂ ਇਲੈਬੋਰੇਟ, ਠੀਕ ਹੈ, ਇਹਨੂੰ ਇਲੈਬੋਰੇਟ ਕਿਸ ਤਰੀਕੇ ਨਾਲ ਤੁਸੀਂ ਕਰੋਗੇ। ਤਾਂ ਦੇਖੋ ਕਨੈਕਟਰ ਯੂਜ਼ ਕੀਤਾ, ਨੋ ਡਾਊਟ, ਠੀਕ ਹੈ, ਉਹਨਾਂ ਨੇ ਕਿਹਾ ਸੀ ਗੋ, ਠੀਕ ਹੈ, ਆਪਾਂ ਕੀ ਲਗਾ ਦਿੱਤਾ, ਮਾਈਗ੍ਰੇਸ਼ਨ, ਠੀਕ ਹੈ। ਨੋ ਡਾਊਟ ਮਾਈਗ੍ਰੇਸ਼ਨ ਟਰੈਂਡ ਹੈਜ਼ ਬੀਨ ਇੰਕਰੀਜ਼ਿੰਗ ਡੇ ਬਾਈ ਡੇ। ਉਹ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਮਾਈਗ੍ਰੇਸ਼ਨ ਦਾ ਟਰੈਂਡ ਹੈ, ਠੀਕ ਹੈ, ਮਾਈਗ੍ਰੇਟ ਹੁੰਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣਾ, ਠੀਕ ਹੈ, ਮਾਈਗ੍ਰੇਸ਼ਨ ਟਰੈਂਡ ਜਿਹੜਾ ਹੈਗਾ ਉਹ ਇੰਕਰੀਜ਼ ਹੋ ਰਿਹਾ ਦਿਨੋਂ ਦਿਨ, ਠੀਕ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਗਾ। ਉਸ ਤੋਂ ਬਾਅਦ ਕੌਮਾ ਯੂਜ਼ ਕੀਤਾ, ਮਤਲਬ ਕਿ ਤੁਸੀਂ ਥੋੜ੍ਹਾ ਜਿਹਾ ਪਾਉਸ ਲੈਣਾ ਹੈਗਾ, ਪੀਪਲ ਲੀਵ ਵਿਲੇਜ ਏਰੀਆਜ਼ ਇਨ ਆਰਡਰ ਟੂ ਗੈਟ, ਇਨ ਆਰਡਰ ਟੂ ਆਪਣੇ ਕੋਲ ਕੰਪਲੈਕਸ ਸੈਂਟੈਂਸ ਹੈ, ਠੀਕ ਹੈ, people leave village area in order to get better facilities, ਠੀਕ ਹੈ, in urban areas, ਕਿ ਲੋਕ ਕੀ ਕਰਦੇ ਹੈਗੇ ਆ, ਵਿਲੇਜ ਏਰੀਆ ਨੂੰ ਛੱਡਦੇ ਆ ਤਾਂ ਜੋ ਸ਼ਹਿਰੀ ਖੇਤਰਾਂ ਦੇ ਵਿੱਚ ਕੀ ਆ ਉਹ ਫੈਸਿਲਿਟੀਜ਼, ਬੈਟਰ ਫੈਸਿਲਿਟੀਜ਼ ਲੈ ਸਕਣ, ਠੀਕ ਹੈ। ਇਹ ਜਿਹੜੇ ਸਿਨੋਨਿਮ ਹੈਗੇ ਆ ਤੁਸੀਂ ਇੱਦਾਂ ਵਕੈਬ ਕਵਰ ਕਰ ਸਕਦੇ ਆ, ਅਰਬਨ ਏਰੀਆ ਲਗਾ ਕੇ, ਸਿਟੀਜ਼ ਲਗਾ ਕੇ, ਠੀਕ ਹੈ। ਬਿਕੋਜ਼ ਸਿਟੀਜ਼ ਪ੍ਰੋਵਾਈਡ ਸੈਵਰਲ ਅਮੈਨਿਟੀਜ਼, ਦੇਖੋ ਫੈਸਿਲਿਟੀਜ਼ ਦਾ ਸਿਨੋਨਿਮ ਹੋ ਗਿਆ ਅਮੈਨਿਟੀਜ਼, ਠੀਕ ਹੈ, ਇੱਦਾਂ ਦੇ ਤੁਸੀਂ ਵਰਡਸ ਲਗਾ ਕੇ ਆਪਣਾ ਕਵਰ ਕਰ ਸਕਦੇ ਹੈਗੇ ਆ ਵਕੈਬ ਦਾ ਪਾਰਟ। ਅਰਬਨ ਏਰੀਆਜ਼ ਬਿਕੋਜ਼ ਸਿਟੀਜ਼ ਪ੍ਰੋਵਾਈਡ ਸੈਵਰਲ ਅਮੈਨਿਟੀਜ਼ ਟੂ ਇੰਜੋਏ ਲਗਜ਼ਰੀ ਲਾਈਫ, ਠੀਕ ਹੈ, ਅਗਰ ਜੇ ਲਗਜ਼ਰੀ ਲਾਈਫ ਜੀਣੀ ਆ ਤਾਂ ਉਹਦੇ ਲਈ ਕੀ ਜਿਹੜੀਆਂ ਅਮੈਨਿਟੀਜ਼ ਜ਼ਰੂਰੀ ਨੇ ਉਹ ਸਿਟੀਜ਼ ਪ੍ਰੋਵਾਈਡ ਕਰਾਉਂਦੀ ਆ, ਠੀਕ ਹੈ, ਸੱਚ ਐਜ਼ ਗੁੱਡ ਐਜੂਕੇਸ਼ਨਲ, ਯੂਨੀਵਰਸਿਟੀਜ਼, ਹੈਲਥ ਫੈਸਿਲਿਟੀਜ਼ ਐਂਡ ਮੈਨੀ ਮੋਰ, ਜਿੱਦਾਂ ਕਿ ਐਜੂਕੇਸ਼ਨ ਦੇ ਰਿਲੇਟ ਕਰਦੀਆਂ ਹਨ, ਹੈਲਥ ਰਿਲੇਟ ਕਰਦੀਆਂ ਐਂਡ ਮੈਨੀ ਮੋਰ, ਠੀਕ ਹੈ। ਤੇ ਇਸ ਤਰੀਕੇ ਨਾਲ ਜਿਹੜਾ ਤੁਸੀਂ ਕੀ ਆਨਸਰ ਕਰ ਸਕਦੇ ਆ। ਸਿੰਪਲ ਤੁਸੀਂ ਇੱਕ ਦੋ ਲਾਈਨ ਦੇ ਵਿੱਚ ਦੱਸਣਾ ਕਿ ਹੈ ਨਾ ਲੋਕ ਤਾਂ ਮੂਵ ਕਰਦੇ ਹੈਗੇ ਆ ਇਨ ਆਰਡਰ ਟੂ ਗੈਟ ਬੈਟਰ ਫੈਸਿਲਿਟੀਜ਼ ਸੱਚ ਐਜ਼ ਹੈਲਥ ਐਂਡ ਐਜੂਕੇਸ਼ਨ, ਤਾਂ ਉਹ ਥੋੜ੍ਹਾ ਜਿਹਾ ਤੁਸੀਂ ਇੱਦਾਂ ਦੱਸੋਗੇ, ਨੋ ਡਾਊਟ ਮਾਈਗ੍ਰੇਸ਼ਨ ਟਰੈਂਡ ਹੈਜ਼ ਬੀਨ ਇੰਕਰੀਜ਼ਿੰਗ ਡੇ ਬਾਈ ਡੇ, ਪੀਪਲ ਲੀਵ ਵਿਲੇਜ ਏਰੀਆ ਇਨ ਆਰਡਰ ਟੂ ਗੈਟ ਬੈਟਰ ਫੈਸਿਲਿਟੀਜ਼, ਠੀਕ ਹੈ। ਤਾਂ ਇਹਦੇ ਨਾਲ ਕੀ ਹੈ ਤੁਹਾਡੀ ਇੰਪਰੂਵ ਹੋ ਜਾਏਗੀ ਸਪੀਕਿੰਗ ਐਂਡ ਕੀ ਹੈ ਜ਼ਿਆਦਾ ਵਧੀਆ ਲੱਗੂਗਾ, ਤੁਸੀਂ ਇਲੈਬੋਰੇਟ ਕਰੋਗੇ ਮਤਲਬ ਐਗਜ਼ਾਮੀਨਰ ਨੂੰ ਜ਼ਿਆਦਾ ਵਧੀਆ ਲੱਗੇਗਾ ਕਿ ਤੁਹਾਡੇ ਕੋਲ ਆਈਡੀਆਸ ਹੈਗੀ ਹੈ, ਨੌਲੇਜ ਹੈਗੀ ਹੈ, ਠੀਕ ਹੈ। ਔਰ ਇੱਕ ਮੋਸਟ ਇੰਪੋਰਟੈਂਟ ਜਿਹੜੀ ਗੱਲ ਮੈਂ ਤੁਹਾਨੂੰ ਇੱਥੇ ਸ਼ੇਅਰ ਕਰਨੀ ਹੈਗੀ ਹੈ, ਕਾਫੀ ਸਟੂਡੈਂਟਸ ਕੀ ਕਰਦੇ ਹੈਗੇ ਆ, ਵੇਰੀਏਸ਼ਨ ਦੇਖ ਲੈਂਦੇ ਆ ਐਂਡ ਤੁਸੀਂ ਕਾਪੀ ਕਰ ਲੈਂਦੇ ਹੋ, ਠੀਕ ਹੈ। ਫੋਰ ਐਗਜ਼ਾਮਪਲ ਕਿਸੇ ਫਰੈਂਡ ਤੋਂ ਕਰ ਲਈ, ਠੀਕ ਹੈ, ਤਾਂ ਉਹ ਚੀਜ਼ ਕੀ ਆ, ਪਲੀਜ਼ ਮੇਰੀ ਹੰਬਲ ਰਿਕੁਐਸਟ ਆ, ਪਹਿਲਾਂ ਤੁਸੀਂ ਉਹਦਾ ਯੂਜ਼ ਸਿੱਖ ਲਿਆ ਕਰੋ ਕਿ ਕਿਸ ਤਰੀਕੇ ਦੇ ਨਾਲ ਕਰਨਾ, ਠੀਕ ਹੈ। ਜਸਟ ਇਹ ਨਹੀਂਗਾ ਕਿ ਤੁਹਾਨੂੰ ਪਤਾ ਲੱਗ ਗਿਆ ਕੰਪਲੈਕਸ ਸੈਂਟੈਂਸ ਹੈ ਤਾਂ ਉਹਨੂੰ ਉੱਦਾਂ ਯੂਜ਼ ਕਰ ਲਾ, ਪਲੀਜ਼ ਉਹਦਾ ਡੀਪਲੀ ਯੂਜ਼ ਦੇਖ ਲਿਆ ਕਰੋ ਕਿ ਕਿਸ ਤਰੀਕੇ ਦੇ ਨਾਲ ਕਰਨਾ, ਠੀਕ ਹੈ। ਵੇਰੀਏਸ਼ਨ ਚੰਗੀ ਤਰ੍ਹਾਂ ਸਿੱਖੋ। ਕੰਡੀਸ਼ਨਲ ਸੈਂਟੈਂਸ ਦੇ ਜਿਹੜੇ ਕੰਡੀਸ਼ਨਲ ਸੈਂਟੈਂਸ ਆ ਉਹਨਾਂ ਦੇ ਵਿੱਚ ਕਾਫੀ ਜਿਹੜੇ ਸਟੂਡੈਂਟ ਹੈਗੇ ਆ ਮਿਸਟੇਕ ਕਰਦੇ ਆ, ਦੇਖੋ ਉਹ ਹਾਫ ਜਿਹੜਾ ਆਪਣਾ ਪ੍ਰੈਜ਼ੈਂਟ ਪਾਸ ਦੇ ਵਿੱਚ ਆਉਂਦਾ ਐਂਡ ਹਾਫ ਆਪਣੇ ਕੋਲ ਫਿਊਚਰ ਦੇ ਵਿੱਚ ਆਉਂਦਾ ਹੈਗਾ, ਠੀਕ ਹੈ। ਕੰਡੀਸ਼ਨ ਆਪਣੇ ਕੋਲ ਪ੍ਰੈਜ਼ੈਂਟ ਪਾਸ ਦੇ ਵਿੱਚ ਆਉਂਦੀ ਆ, ਰਿਜ਼ਲਟ ਜਿਹੜਾ ਉਹਦਾ ਫਿਊਚਰ ਦੇ ਵਿੱਚ ਆਉਂਦਾ ਹੈ, ਠੀਕ ਹੈ। ਇਹਨਾਂ ਚੀਜ਼ਾਂ ਦੇ ਜੋ ਰੂਲਸ ਹੁੰਦੇ ਆ, ਠੀਕ ਹੈ, ਆਪਣੇ ਵੇਰੀਏਸ਼ਨ ਦੇ ਲਈ ਉਹਨਾਂ ਨੂੰ ਫੋਲੋ ਕਰੋ, ਫਿਰ ਹੀ ਉਹ ਬੈਨੀਫਿਟ ਹੈ ਤੁਹਾਨੂੰ ਜੇ ਤੁਸੀਂ ਵੇਰੀਏਸ਼ਨ ਯੂਜ਼ ਕਰਦੇ ਆ, ਠੀਕ ਹੈ। ਅਗਰ ਤੁਸੀਂ ਵੇਰੀਏਸ਼ਨ ਕਰ ਰਹੇ ਆ ਬਟ ਰੋਂਗ ਮੈਥਡ ਨਾਲ ਕਰ ਰਹੇ ਆ ਤਾਂ ਉਹ ਸਗੋਂ ਤੁਹਾਡੇ ਸਕੋਰ 'ਤੇ ਬੈਡਲੀ ਇਫੈਕਟ ਕਰੇਗਾ, ਠੀਕ ਹੈ, ਉਹਦਾ ਕੋਈ ਬੈਨੀਫਿਟ ਨਹੀਂ ਹੋਏਗਾ। ਸੋ ਦੈਟ ਪਹਿਲਾਂ ਇੱਕ ਵਧੀਆ ਵੇ ਦੇ ਨਾਲ ਸਿੱਖ ਲਓ ਕਿਸ ਤਰੀਕੇ ਦੇ ਨਾਲ ਕਰਨਾ, ਜਸਟ 1 ਵੀਕ ਲੱਗਦਾ ਹੈ, ਠੀਕ ਹੈ, ਕਰ ਲਓ। ਉਸ ਤੋਂ ਬਾਅਦ ਤੁਹਾਡੇ 2 ਜਿਹੜੇ ਮੋਡਿਊਲ ਆ ਈਜ਼ੀਲੀ ਇੰਪਰੂਵ ਹੋ ਜਾਣਗੇ, 2 ਨਹੀਂ ਰੀਡਿੰਗ ਵੀ ਹੋ ਜਾਏਗੀ ਨਾਲ ਦੀ ਨਾਲ, ਬਿਕੋਜ਼ ਕੀ ਹੈ ਰੀਡਿੰਗ ਦੇ ਵਿੱਚ ਵੀ ਤੁਹਾਡੇ ਕੋਲ ਕਾਫੀ ਕੰਪਲੈਕਸ ਪੈਸਿਵ ਵੇਰੀਏਸ਼ਨ ਹੁੰਦੀਆਂ, ਠੀਕ ਹੈ। ਜਦੋਂ ਤੁਸੀਂ ਰੀਡਿੰਗ ਕਰਦੇ ਹੋ ਔਰ ਤੁਹਾਨੂੰ ਸਮਝ ਆ ਗਈ ਤਾਂ ਈਜ਼ੀਲੀ ਤੁਸੀਂ ਕਰ ਸਕਦੇ ਹੋ, ਠੀਕ ਹੈ। ਔਰ 2 ਤਾਂ ਡੈਫੀਨੇਟਲੀ ਇੰਪਰੂਵ ਹੋ ਜਾਣਗੇ ਜਿਹੜੀ ਕਿ ਆਪਣੇ ਕੋਲ ਸਪੀਕਿੰਗ ਐਂਡ ਰਾਈਟਿੰਗ ਹੈ, ਠੀਕ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਫੋਲੋਅਪਸ ਕਰਵਾਉਣੀ ਸੀਗੀ, ਠੀਕ ਹੈ। ਤਾਂ ਆਈ ਹੋਪ ਅੱਜ ਦੀ ਵੀਡੀਓ ਤੁਹਾਡੀ ਇਨਫੋਰਮੇਟਿਵ ਹੋਵੇਗੀ। ਥੈਂਕਸ ਫੋਰ ਵਾਚਿੰਗ।